वाहिगुरू जी का खालसा वाहिगुरू जी की फतेह। अति सत्कारयोग गुरु प्यारी गुरु सवारी गुरु साहब का खास साथ संगत जीओ, जिन्नी बारी दास नूं स्टेज ते आउण दा समां मिलदा, मेरा एक मकसद होंदा कि सारिਆਂ तो एक बारी वाहिगुरू दी वारी जरूर लिखी जावे और जिहड़े मकसद नूं आपां आया गुरु नाल जोड़न लई सारे जाने सीस चौका के गुरु ग्रंथ साहिब जी नूं सारे गदवत के फतेह बुलावा को जी। वाहिगुरू जी का खालसा वाहिगुरू तुझी बानी आई इन सब में जय देखो तुहाडी रहनुमाई हेठ प्रबंधकों के बड़े वधिया सुचारू ढंग दे नाल इत्थे पढ़ रहे हैं तो कोशिश की है भी बच्चों ही तुहाडे सन्मुख कीता जावे। पहला तुसीं बच्चा सुनिया मंगल सिंह, वो तुहाडे सामने बोल के गया भी मैं इत्थों विद्या हासिल की है, बहुत सोहना कीर्तन करदा। तो इदा नहीं आ भी अज ही समागम ते आया, सारे बच्चे अगों भी जदों किते रंग दे इत्थों आउंदे ने ते उदों शाम नूं गुरु की हाज़री भरदे ने। सारिया संगतां दा तहे दिल तो धन्नवाद है गुरु प्यारे साध संगत जी। शब्द गुरु साहिब श्री गुरु ग्रंथ साहब की पवित्र गोद अंदर जोड़ बैठी सोची साध संगत जी। वाहेगुरु जी का खालसा वाहेगुरु जी की फतेह। मेरे तो पहला
ਸਾਰੇ ਬੁਲਾਰਿਆਂ ਨੇ ਇਸ ਪਵਿੱਤਰ ਸਥਾਨ ਬਾਰੇ ਜੋ ਬਿਆਨ ਕੀਤੇ ਹੈ, ਇਹ ਸੱਚਮੁੱਚ ਜਿੱਥੇ ਮੈਂ ਸਮਝਦਾ ਵੀ ਸਾਨੂੰ ਸ਼ਬਦ ਗੁਰੂ ਦਾ ਪ੍ਰਸ਼ਾਦ ਮਿਲਦਾ, ਮਨ ਦੀ ਭੁੱਖ ਮਿਟਾਉਣ ਦਾ ਪ੍ਰਸ਼ਾਦ ਮਿਲਦਾ, ਉੱਥੇ ਇਹਦੀ ਜਦੋਂ ਸ਼ੁਰੂਆਤ ਕੀਤੀ, ਇਹ ਚਾਰ ਸਾਡੇ ਸਿੰਘ ਨੇਤਰੀਨ ਜਿਹੜੇ ਵਿਦੇਸ਼ ਗਏ ਤੇ ਚੌਹਾਂ ਨੇ ਮਾਨ ਸਾਹਿਬ ਬੈਠੇ ਨੇ ਮੇਰੇ ਸਤਿਕਾਰਯੋਗ, ਇਹਨਾਂ ਨੇ ਮਨ ਵਿੱਚ ਇਹ ਬਲਬਲਾ ਸੀ ਕਿ ਇੱਥੇ ਕੋਈ ਐਸਾ ਮੰਦਿਰ ਬਣਾਇਆ ਜਾਵੇ, ਕੋਈ ਐਸਾ ਸਥਾਨ ਬਣਾਇਆ ਜਾਵੇ ਜਿੱਥੇ ਮਨੁੱਖਤਾ ਦਾ ਭਲਾ ਹੋਵੇ। ਔਰ ਇਹ ਸੱਚਖੰਡ ਮਨੁੱਖਤਾ ਦਾ ਭਲਾ ਕਰ ਰਿਹਾ। ਮੈਂ ਕਾਲੋ ਸਾਹਿਬ ਦੇ ਨਾਲ ਮਾਨ ਸਾਹਿਬ ਦੇ ਹੁਕਮਾਂ ਮੁਤਾਬਕ ਸਰਦਾਰ ਪਰਮਜੀਤ ਸਿੰਘ ਮਾਨ ਜਿਹੜੇ ਅੱਜ ਕੱਲ੍ਹ ਕੈਨੇਡਾ 'ਚ ਨੇ, ਰਹਿ ਰਹੇ ਨੇ, ਔਰ ਇਹਦੇ ਪ੍ਰਬੰਧਕ ਨੇ, ਕਾਲੋ ਸਾਹਿਬ ਦੇ ਪ੍ਰਬੰਧਕ ਨੇ, ਇਹਨਾਂ ਦੇ ਨਾਲ ਜਦੋਂ ਸ਼ੁਰੂਆਤ ਹੋਈ ਸੀ ਇਸ ਮੰਦਿਰ, ਇਸ ਗੁਰਦੁਆਰਾ ਸਾਹਿਬ, ਉਦੋਂ ਇੱਥੇ ਆਇਆ। ਸ਼ਬਦ ਗੁਰੂ ਜਾਗਦੀ ਜੋਤ, ਚਾਰੋਂ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਨਿਗਮ ਹੋਣ ਦੀ ਹੋਈ ਗੁਰੂ ਰੂਹ ਸਾਧ ਸੰਗਤ ਜੀ, ਗੁਰੂ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਸਿਆਣੇ ਤੇ ਸੂਝਵਾਨ ਬੁੱਧੀਜੀਵੀ ਬਿਲਾਰੇ ਬੋਲ ਕੇ ਗਏ ਨੇ। ਆਈ ਤਾਂ ਤੁਸੀਂ ਹੈ ਜੋ ਇਸ ਧਰਤੀ ਤੇ ਜੋ ਮਨੁੱਖਤਾ ਦਾ, ਜੋ ਭਲੇ ਦਾ ਨੇਤਰਹੀਣਾਂ ਦਾ ਇਹ ਮੰਦਿਰ ਬਣਾਇਆ, ਇਹ ਉਸ ਗੁਰੂ ਦੀ ਕਿਰਪਾ ਨਾਲ ਹੀ ਬਣਿਆ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਜਾ ਕੇ ਗੁਰੂ ਜਾਈ ਬਹਿ ਜਾਂਦੇ ਨੇ, ਉੱਥੇ ਵੀ 9 ਨੇਰਾਂ ਦੀ 12 ਸਿੱਧਾਂ ਆਪੇ ਸਾਰਾ ਕੁਝ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਰੱਬ ਵਰਗੀਆਂ ਸੰਗਤਾਂ ਦੇ ਸੰਤ ਬਾਬਾ ਤੀਰਥ ਸਿੰਘ ਜੀ ਮਹਾਂਪੁਰਸ਼, ਮਾਨ ਸਾਹਿਬ ਮਹਾਂਪੁਰਸ਼, ਇਹਨਾਂ ਨੂੰ ਮਹਾਂਪੁਰਸ਼ ਐਵੇਂ ਨਹੀਂ ਆਖਦਾ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਲੇਖੇ ਲਾਤੀ। ਜੋ ਸੰਗਤ ਨੇ ਦਿੱਤਾ ਉਹ ਲੈ ਕੇ ਗੁਰੂ ਨਾਨਕ ਦੀ ਝੋਲੀ ਦੇ ਵਿੱਚ ਉਹਦਾ ਖਜ਼ਾਨੇ ਦੇ ਬਾਅਦ ਲੁਕੋਇਆ ਨਹੀਂ ਕੁਛ ਵੀ। ਜੇ ਲੁਕੋਇਆ ਹੁੰਦਾ ਇਹਨਾਂ ਨੇ ਅੱਜ ਰੌਣਕਾਂ ਨਹੀਂ ਸੀ ਲੱਗੀਆਂ ਹੋਣੀਆਂ। ਮੈਂ ਸੁਣ ਰਿਹਾ ਸੀ ਕਾਲੋ ਸਾਹਿਬ ਤੋਂ, ਭਾਈ ਸਾਹਿਬ ਜੀ ਬੋਲ ਕੇ ਗਿਆ ਕਲਿਆਣ ਸਾਹਿਬ ਨੇ ਕੋਲੋਂ ਵੀ, ਜਿਸ ਤਰ੍ਹਾਂ ਇਹਨਾਂ ਨੇ ਅਖਤਿਆਰੀ ਖਾਤੇ ਆ, ਉਹ ਦਾਸ ਦੇ ਵੀ ਹੈਗੇ ਆ, ਪਰ ਦਾਸ ਦੀ ਡਿਊਟੀ ਹੋਰ ਪਾਸੇ ਲੱਗੀ ਹੋਆ। ਸਾਡੀ ਡਿਊਟੀ ਮਹਾਂਪੁਰਸ਼ ਲਾਗਾ ਸੀ ਸੰਤ ਬਾਬਾ ਜਰਨੈਲ ਸਿੰਘ ਹੋਣੀ, ਅਸੀਂ ਉਹ ਅੱਜ ਤੱਕ ਨਿਭਾ ਰਹੇ ਹਾਂ। ਸਾਰੀਆਂ ਸੰਗਤਾਂ ਦਾ ਸਾਡੇ ਮਹਾਂਪੁਰਸ਼ ਬੈਠੇ ਨੇ ਪਿੱਛੇ ਲੁਧਿਆਣੇ ਦੇ ਵਿੱਚ ਜੀ, ਉਹਨਾਂ ਦਾ ਸਾਰੇ ਇੱਥੇ ਬਹੁਤ ਸਹਿਯੋਗ ਦਿੰਦੇ ਆ। ਮੈਂ ਤਾਂ ਨਵਾਲਾ ਬੰਦਾ, ਇੱਥੋਂ ਸ਼ੰਕਾ ਜਗਾਨਾ, ਪਰ ਕਦੀ ਮੈਂ ਰੁਪਈਆ ਦਿੱਤਾ ਨਹੀਂ ਹੁੰਦੇ। ਸ਼ਗਦਾ ਮੈਂ ਇੱਥੋਂ ਹੀ ਖਾਣਾ, ਇੱਥੋਂ ਹੀ ਆ, ਪਰ ਕਦੇ ਇਹਨਾਂ ਨੂੰ ਸਹਿਯੋਗ ਨਹੀਂ ਦੇ ਸਕਿਆ। ਤੇ ਸਰਤੇ ਗੁਰੂ ਅੱਗੇ ਅਰਦਾਸ ਕਰਿਓ ਕਿ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦੇਵੇ ਕਿ ਮੈਂ ਇਸ ਸਥਾਨ ਨੂੰ ਸਹਿਯੋਗ ਦੇਣ ਜੋਗਾ ਬਣ ਜਾਵਾਂ। ਗੁਰੂ ਮੇਰੇ ਤੇ ਰਹਿਮਤ ਕਰੇ, ਜਿਹੜੀ ਮੈਂ ਆ ਤੂੰ ਆਪ ਖਤਮ ਹੋ ਜਾਵੇ। ਮਹਾਰਾਜ ਕਿਰਪਾ ਕਰ ਦੇਵੇ, ਨਾਮ ਦੀ ਦਾਤ ਬਖਸ਼ੇ, ਝੋਲੀ ਭਰ ਦੇਵੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ, ਜਿਹੜੇ ਥੱਲੇ ਡਾਕਟਰ ਸਾਹਿਬਾਨ ਹੋਏ ਨੇ, ਜਿਨ੍ਹਾਂ ਨੇ ਕੈਂਪ ਲਾਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਨੇਤਰਹੀਨ ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਸਪਰੋੜ ਨੰਗਲ ਫਗਵਾੜਾ ਵਿਖੇ ਅੱਜ ਜਿਹੜਾ ਸਮਾਗਮ ਕਰਵਾਇਆ ਗਿਆ, ਉਚੇਚੇ ਤੌਰ ਤੇ ਕਾਲਨ ਸਾਹਿਬ ਉੱਥੇ ਪੁੱਜੇ ਨੇ, ਬਾਬਾ ਜੀ ਸੰਤ ਬਾਬਾ ਜੀ ਇੱਥੇ ਪੁੱਜੇ ਨੇ ਔਰ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਨੇ। ਗੱਲਬਾਤ ਕਰਾਂਗੇ। ਪਹਿਲਾਂ ਬਾਈਆ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਨੇ ਇਸ ਸੰਸਥਾ ਦੇ, ਅੱਗੇ ਆਓ ਜੀ ਬਾਈਆ ਸਾਹਿਬ। ਬਾਈਆ ਸਾਹਿਬ ਅੱਜ ਦੇ ਸਮਾਗਮ ਬਾਰੇ ਵਿੱਚ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵੇਸਣ ਪਾਈਏ। ਅੱਜ ਗੁਰੂ ਨਾਨਕ ਨੇਤਰ ਬਿਰਧ ਆਸ਼ਰਮ ਵਿਖੇ 33ਵਾਂ ਸਾਲਾਨਾ ਸਮਾਗਮ ਮਨਾਇਆ ਹੈ, ਜਿਸ ਵਿੱਚ ਬਹੁਤ ਸੰਗਤਾਂ ਨੇ ਸਹਿਯੋਗ ਦਿੱਤਾ ਹੈ। ਸਾਰੀਆਂ ਸੰਗਤਾਂ ਦੇ ਇੱਥੇ ਆਉਣ ਤੇ ਜੀਵਾਂ ਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਬੱਚੇ ਆਪਣੇ ਸੰਸਥਾ 'ਚ ਇਸ ਲਈ ਅਡਾਪਟ ਕੀਤੇ ਹੋਏ ਜਿਹੜੇ ਪੜ੍ਹ ਰਹੇ, ਜਿਹਨਾਂ ਦੀ ਸੇਵਾ ਕਰ ਰਹੇ? ਇੱਥੇ ਕੋਲ 100 ਦੇ ਕਰੀਬ ਹੈ ਜਿਹੜੇ ਇੱਥੇ ਰਹਿ ਰਹੇ ਨੇ। ਔਰ ਕਹਿ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਸੀ ਮੁਖਤਿਆਰ ਸਿੰਘ ਜੀ ਕਿ ਬੱਚਿਆਂ ਨੂੰ ਸਰਕਾਰੀ ਨੌਕਰੀ ਵੀ ਮਿਲੀ ਹੈ, ਕਿੰਨੇ ਬੱਚੇ ਨੇ ਕਿਹੜੀ ਕਿਹੜੀ ਜੋਬ 'ਚ ਕਿਹੜੇ ਕਿਹੜੇ ਖੇਤਰ 'ਚ ਗਏ? ਉਹ ਵੱਖ-ਵੱਖ ਸਰਕਾਰੀ ਜੋਬਾਂ ਤੇ ਗਏ ਜੀ, ਵੱਖ-ਵੱਖ ਖੇਤਰਾਂ 'ਚ ਗਏ ਆ। ਹਾਂਜੀ, ਕੋਈ ਹੋਰ ਅਪੀਲ ਕਰਨੀ ਚਾਹੋਗੇ ਲੋਕਾਂ ਨੂੰ, ਕੋਈ ਮੈਸੇਜ ਦੇਣਾ ਚਾਹੋਗੇ? ਇਹੋ ਬੇਨਤੀ ਕਰਦੇ ਆ ਵੀ ਸਾਰੇ ਜੋ ਇੱਥੇ ਕਿਸੇ ਨੂੰ ਵੀ ਕੋਈ ਬੱਚਾ ਮਿਲਦਾ ਭੀਖ ਮੰਗਦਾ, ਜੋ ਸੜਕਾਂ 'ਤੇ ਤੁਰਾ ਫਿਰਦਾ ਹੋਵੇ ਜਾਂ ਕਿਸ ਤਰ੍ਹਾਂ ਦਾ ਵੀ ਹੋਵੇ, ਉਸ ਨੂੰ ਇੱਥੇ ਪਹੁੰਚਾਉਣ ਦੀ ਕਿਰਪਾਲਤਾ ਕਰਨ ਤੇ ਉਹਨਾਂ ਦੀ ਜ਼ਿੰਦਗੀ ਬਣਾਉਣ ਵਿੱਚ ਇਹ ਜੋ ਆਸ਼ਰਮ ਹੈ ਪੂਰਾ ਸਹਿਯੋਗ ਕਰੂਗਾ। ਸਤਨਾਮ ਸਿੰਘ ਵਾਈਆ ਜੀ ਨੇ ਕਿਹਾ ਕਿ ਜਿਹੜੇ ਬੱਚੇ ਕੋਈ ਲਵਾਰਿਸ ਕਿਤੇ ਘੁੰਮ ਰਹੇ ਨੇ ਉਹਨਾਂ ਨੂੰ, ਸੁਖਦੇਵ ਸਿੰਘ ਵਾਈਆ ਜੀ ਨੇ ਕਿਹਾ ਜਿਹੜੇ ਬੱਚੇ ਲਵਾਰਿਸ ਇੱਥੇ ਘੁੰਮ ਰਹੇ ਨੇ ਜਾਂ ਕਿਤੇ ਬਾਹਰ ਘੁੰਮ ਰਹੇ ਨੇ, ਉਹਨਾਂ ਨੂੰ ਇੱਥੇ ਆ ਕੇ ਇਸ ਦਾਖਲ ਕਰਾਉਣਾ ਚਾਹੀਦਾ ਔਰ ਇਹਦਾ ਲਾਭ ਉਠਾਉਣਾ ਚਾਹੀਦਾ। ਸਾਡੇ ਨਾਲ ਨੇ ਭਤੀਜਾ ਜੀ ਜਿਹੜੇ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀ ਦੇ, ਕੁਛ ਕਹਿਣਾ? ਬਹੁਤ ਵਧੀਆ ਉਪਰਾਲਾ ਜੀ। ਜਿਹੜੀ ਵੀ ਮੈਨੇਜਮੈਂਟ ਹੈ ਇਹ ਸਾਰਾ ਅਰੇਂਜ ਕਰਦੀ ਹੈ, ਉਹਨਾਂ ਦਾ ਬਹੁਤ ਧੰਨਵਾਦ ਆ ਕਿ ਇਹੋ ਜਿਹੇ ਉਪਰਾਲੇ ਆ ਬਹੁਤ ਵਧੀਆ ਕਿ ਜਿਹੜੇ ਅਨਾਥ ਆ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ, ਇਹ ਸਹਾਰਾ ਬਣਦੇ ਆ। ਤਾਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ ਜੀ। ਮੈਂ ਤਾਂ ਇਹੀ ਕਹੂੰਗਾ ਕਿ ਇਸ ਤੋਂ ਵਧੀਆ ਕੋਈ ਸੇਵਾ ਹੈ ਹੀ ਨਹੀਂ, ਸਮਾਜ ਸੇਵਾ ਇਸ ਤੋਂ ਵਧੀਆ ਕੋਈ ਸੇਵਾ ਨਹੀਂ। ਬਾਬਾ ਜੀ ਕੁਛ ਕਹਿਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਹੈ ਇਸ ਸਥਾਨ ਤੇ। 100 ਤੋਂ ਉੱਪਰ ਬੱਚੇ ਜਿਹੜੇ ਆ ਉਹ ਪੜ੍ਹ ਰਹੇ ਆ, ਕੀਰਤਨ ਸਿੱਖ ਰਹੇ ਆ, ਗੁਰਬਾਣੀ ਸਿੱਖ ਰਹੇ ਆ ਤੇ ਗੁਰੂ ਕੇ ਸੰਗਤਾਂ ਲਈ, ਆਉਂਦੇ ਜਾਂਦੇ ਸੰਗਤਾਂ ਲਈ ਜਿੰਨੇ ਵੀ ਸਮਾਗਮ ਹੁੰਦੇ ਆ ਹਰ ਸਾਲ, ਜਾਂ ਜਿੰਨੇ ਵੀ ਸਾਡੇ ਗੁਰਪੁਰਬ ਹੁੰਦੇ ਆ, ਇੱਥੋਂ ਸੰਗਤਾਂ ਲੰਘਦੀਆਂ ਨਗਰ ਕੀਰਤਨ ਲੈ ਕੇ, ਉਹ ਸਾਰਾ ਟਾਈਮ ਬੜੇ ਸੁਚੱਜੇ ਢੰਗ ਦੇ ਨਾਲ ਸਵਾਗਤ ਹੁੰਦਾ ਆ। ਚਾਹ ਪਾਣੀ ਦਾ, ਲੰਗਰਾਂ ਦਾ ਪ੍ਰਬੰਧ ਹੁੰਦਾ ਆ ਔਰ ਇਲਾਕੇ ਨੂੰ ਬਹੁਤ ਵੱਡਾ ਇਸ ਸਥਾਨ ਦਾ ਸਹਿਯੋਗ ਆ ਔਰ ਇਸ ਸਥਾਨ ਨੂੰ ਵੀ ਇਲਾਕੇ ਦਾ ਬਹੁਤ ਵੱਡਾ ਸਹਿਯੋਗ ਆ। ਕੋਈ ਵੀ ਬੱਚਾ ਜੇ ਨੇਤਰਹੀਣ ਮਿਲਦਾ ਜਾਂ ਕੋਈ ਲਵਾਰਸ ਮਿਲਦਾ ਤਾਂ ਉਹ ਇਸ ਸਥਾਨ ਤੇ ਪਹੁੰਚਾਉਣਾ ਚਾਹੀਦਾ, ਇਸ ਸੇਵਾ ਦਾ ਲਾਭ ਉਠਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਰਣਜੀਤ ਸਿੰਘ ਕਾਲੋ ਜੀ SGPC ਮੈਂਬਰ ਨੇ ਔਰ ਇੱਥੇ ਹਰ ਸਾਲ ਸਮਾਗਮ ਤੇ ਆਉਂਦੇ ਨੇ, ਉਚੇਚੇ ਤੌਰ ਤੇ ਸੇਵਾ ਕਰਨ ਆਉਂਦੇ ਨੇ, ਬੜਾ ਲਗਾਵ ਹੈ। ਗੱਲਬਾਤ ਕਰਾਂਗੇ। ਕਾਲੋ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਬਹੁਤ ਹੀ ਵਡਭਾਗੇ ਹੋਣਗੇ ਜਿਹੜੇ ਪ੍ਰਾਣੀ ਜਿਹੜੇ ਇਸ ਸੰਸਥਾ ਦੇ ਨਾਲ ਜੁੜੇ ਹੋਣਗੇ, ਜਿਹੜੇ ਕਿ ਬਹੁਤ ਵੱਡੀ ਸੇਵਾ ਆ, ਜਿਹੜੀ ਸਭ ਤੋਂ ਉੱਤਮ ਸੇਵਾ ਜਿਹੜੀ ਹੈ ਨਾ, ਨੇਤਰਹੀਣ ਬੱਚੇ, ਬੇਸਹਾਰਾ ਬੱਚੇ ਜਿਹੜੇ ਨਹੀਂ ਚੱਲ ਸਕਦੇ, ਜਿਹਨਾਂ ਨੂੰ ਨਹੀਂ ਸੁਣਦਾ, ਜਿਹਨਾਂ ਨੂੰ ਨਹੀਂ ਦੇਖਦਾ, ਉਹਨਾਂ ਦੀ ਪੜ੍ਹਾਈ ਹੁੰਦੀ ਹੈ ਇੱਥੇ। ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ ਜਾਂਦਾ, ਕੀਰਤਨ ਸਿੱਖਦੇ ਆ, ਪੜ੍ਹਦੇ ਆ ਔਰ ਜੋਬਾਂ ਤੇ ਵੀ ਲੱਗਦੇ ਆ। ਇਹ ਜਿਹੜਾ ਬੜਾ ਵੱਡਾ ਉਪਰਾਲਾ ਆ, ਜਿਹੜਾ ਵੀ ਇਸ ਸੰਸਥਾ ਦੇ ਸਰਦਾਰ ਸੁਖਦੇਵ ਸਿੰਘ ਜੀ ਵਾਈਆ ਸਾਹਿਬ ਜਿਹੜੇ ਇੱਥੇ ਚੇਅਰਮੈਨ ਆ, ਸਰਦਾਰ ਅਵਤਾਰ ਸਿੰਘ ਜੀ ਜਿਹੜੀ ਇੱਥੇ ਆਲ ਆ, ਜਿਨ੍ਹਾਂ ਨੇ ਬਹੁਤ ਵੱਡੀ ਇਸ ਸੰਸਥਾ ਦੀ ਸੇਵਾ ਸ਼ੁਰੂ ਕੀਤੀ ਆ, ਜਿਹੜੇ ਕਿ ਆਪ ਵੀ ਨੇਤਰਹੀਣ ਆ ਔਰ ਬਾਹਰਲੀਆਂ ਕੰਟਰੀਆਂ ਵਿੱਚੋਂ ਜਾ ਕੇ, ਇੰਗਲੈਂਡ ਵਿੱਚੋਂ ਜਾ ਕੇ, ਉੱਥੋਂ ਜਾ ਕੇ ਸੇਵਾ ਕਰ ਰਹੇ ਨੇ, ਜਾ ਕੇ ਉੱਥੋਂ ਜਿਹੜੀ ਸੇਵਾ ਲਿਆਉਂਦੇ ਆ ਉਹ ਇੱਥੇ ਲਾ ਰਹੇ ਆ। ਅਤੇ ਇੱਥੋਂ ਧਰਤੀ ਵੀ ਜਿਹੜੀ ਖਰੀਦੀ ਗਈ ਆ, ਇਸ ਧਰਤੀ ਨੂੰ ਜਿਹੜੇ ਭਾਗ ਲੱਗੇ ਆ, ਜਿੱਥੇ ਗੁਰੂ ਦੀ ਏਡੀ ਕਿਰਪਾ ਹੋਈ ਆ, ਮੈਂ ਤਾਂ ਉਹ ਭਾਗਾਂ ਵਾਲੇ ਹੋਣਗੇ ਜਿਹੜੇ ਇਸ ਸੰਸਥਾ ਦੀ ਸੇਵਾ ਵਿੱਚ ਹਿੱਸਾ ਪਾਉਣਗੇ, ਆਪਣਾ ਦਸਵੰਧ ਕੱਢਣਗੇ। ਔਰ ਇਹ ਤੋਂ ਵੱਡੀ ਸੇਵਾ ਦੁਨੀਆ 'ਤੇ ਕੋਈ ਹੋਰ ਹੈ ਨਹੀਂ ਗੀ। ਵੱਡੇ ਵੱਡੇ ਬੰਦਿਆਂ ਨਾਲ ਤਾਂ ਸਾਰੇ ਰੱਖਦੇ ਆ, ਲੇਕਿਨ ਇਹ ਬੱਚਿਆਂ ਦੀ ਜਿਹੜੀ ਸੇਵਾ ਆ, ਇਹ ਬਹੁਤ ਉੱਤਮ ਸੇਵਾ ਆ, ਕਿਉਂਕਿ ਜਾਨਵਰ ਵੀ ਆਪਣਾ ਆਲ੍ਹਣਾ ਪਾ ਕੇ ਬੱਚੇ ਵੀ ਪਾਲ ਲੈਂਦੇ ਆ, ਅਤੇ ਲੇਕਿਨ ਜਿਹੜੇ ਇਹ ਬੇਸਹਾਰਾ ਬੱਚੇ ਆ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਗਾ, ਉਹਨਾਂ ਨੂੰ ਇੱਥੇ ਸਹਾਰਾ, ਅੰਨ ਪਾਣੀ, ਕੱਪੜਾ ਲੀੜਾ, ਪੜ੍ਹਾਈ, ਅੰਨ ਪ੍ਰਸ਼ਾਦਾ, ਸਭ ਕੁਛ ਜਿਹੜਾ ਕਿ ਇੱਥੋਂ ਜਿਹੜਾ ਪ੍ਰਾਪਤ ਕੀਤਾ ਜਾਂਦਾ। ਔਰ ਜਿਹੜਾ ਵੱਡੀ ਗੱਲ ਜਿਹੜੀ ਹੈ ਕਿ ਗੁਰੂ ਨਾਲ ਜੋੜਿਆ ਜਾਂਦਾ, ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਗੁਰੂ ਦੇ ਨਾਲ ਜੋੜਿਆ ਜਾਂਦਾ। ਜਿਹੜੇ ਬੱਚਿਆਂ ਨੂੰ ਆਮ ਉੱਥੇ ਮੰਗਣ ਡਾਉਂਦੇ ਆ, ਕਈ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਆ, ਉਹਨਾਂ ਨੂੰ ਨੇਤਰਹੀਣ ਬਣਾਉਂਦੇ ਆ, ਉਹਨਾਂ ਦੀਆਂ ਅੰਗ ਪੈਰ ਤੋੜ ਕੇ
ਉਹਨਾਂ ਨੂੰ ਮੰਗ ਕੇ ਉਹਨਾਂ ਦੀ ਜਿਹੜੀ ਕਮਾਈ ਖਾਂਦੇ ਆ ਉਹ ਫਿਰ ਨਰਕਾਂ ਨੂੰ ਜਾਣਗੇ, ਉਹਨਾਂ ਦਾ ਕੋਈ ਸਹਾਰਾ ਨਹੀਂ ਬਣ ਸਕਦਾ। ਤੇ ਇਸ ਕਰਕੇ ਇਹ ਜਿਹੜਾ ਸੰਸਥਾ ਦੇ ਨਾਲ ਇਸ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਵਾਹੀਆ ਨੇ ਕਿਹਾ, ਜਾਂ ਇਸ ਸੰਸਥਾ ਦੇ ਜਿਹੜੇ ਜਿੰਨੇ ਵੀ ਇਹਨੂੰ ਚਲਾ ਰਹੇ ਨੇ, ਤਾਂ ਰਾਤ ਦਿਨ ਮਿਹਨਤ ਕਰਕੇ ਔਰ ਦਾਨਦੇਹੀ ਦੇ ਨਾਲ ਸੇਵਾ ਕਰਕੇ ਇਹਨਾਂ ਬੱਚਿਆਂ ਦੀ ਦੇਖਭਾਲ ਕਰ ਰਹੇ ਨੇ। ਔਰ ਬਹੁਤ ਮੈਂ ਇਹਨਾਂ ਦਾ ਧੰਨਵਾਦੀ ਹਾਂ। ਮੈਂ ਅਰਦਾਸ ਕਰਦਾ ਪਰਮਾਤਮਾ ਮੋਹਰੇ ਕਿ ਦਿਨ ਦੁਗਣੀ ਰਾਤ ਚੌਗਣੀ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ, ਤੇ ਜਿਹੜੀ ਇਹਨਾਂ ਬੱਚਿਆਂ ਦਾ ਵੀ ਭਵਿੱਖ ਜਿਹੜਾ ਬਣ ਸਕੇ। ਇਹਨਾਂ ਕੁਝ ਕਹਿੰਦਾ ਹੋਇਆ ਪਰਮਾਤਮਾ ਮੋਹਰੇ ਅਰਦਾਸ ਕਰਦਾ ਗੁਰੂ ਮੋਹਰੇ ਕਿ ਸਰਦਾਰ ਅਵਤਾਰ ਸਿੰਘ ਨੂੰ ਵੀ ਬਹੁਤ ਵੱਡੀ ਸੇਵਾ ਦਿੱਤੀ ਹੈ, ਜਿਹੜੀ ਉਹਨੂੰ ਬਲ ਬਖਸ਼ੇ, ਤੰਦਰੁਸਤੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਣਜੀਤ ਸਿੰਘ ਕਾਹਲੋਂ, ਮੈਂਬਰ ਐਸਜੀਪੀਸੀ ਕਰਤਾਰਪੁਰ। ਸਾਡੇ ਨਾਲ ਮੁਖਤਾਰ ਸਿੰਘ ਜਿਹੜੇ ਮੈਨੇਜਰ ਨੇ ਇਸ ਸੰਸਥਾ ਦੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵਾ, ਜਿਨ੍ਹਾਂ ਨੇ 32 ਸਾਲ 33ਵਾਂ ਸਮਾਗਮ ਆਸ਼ਰਮ ਦੇ ਪ੍ਰਬੰਧਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਸੰਪੰਨ ਕਰਾਇਆ। ਗੁਰੂ ਸਾਹਿਬ ਦਾ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਆ। ਆਸ ਕਰਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਆਸ਼ਰਮ ਦੇ ਪ੍ਰਬੰਧਕਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਓਗੇ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ, ਜਿਨ੍ਹਾਂ ਨੇ ਤਕਰੀਬਨ ਮਹੀਨਿਆਂ ਤੋਂ 3-4 ਮਹੀਨਿਆਂ ਤੋਂ ਪਹਿਲਾਂ ਸਭਾਵਾਂ ਆਰੰਭੀਆਂ ਨੇ। ਸੰਤ ਬਾਬਾ ਅਮਰਜੀਤ ਸਿੰਘ ਖਾਲਸਾ ਜੀ ਝੇੜੂ ਤੋਂ, ਜਾਂ ਹੋਰ ਜਿੰਨੇ ਵੀ ਚਰਨਜੀਤ ਸਿੰਘ ਹੋਣੀ, ਪਾਪਾ ਜੀ ਪਰਮਜੀਤ ਸਿੰਘ ਹੋਣੀ, ਸਰਦਾਰ ਸੁਖਦੇਵ ਸਿੰਘ ਵਾਹੀਆ ਸਾਹਿਬ ਜੀ, ਕਲਿਆਣ ਸਾਹਿਬ ਜੀ, ਜਿੰਨੇ ਵੀ ਸਾਰੇ ਹੋ ਕੇ ਗਏ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤੁਹਾਨੂੰ ਰਹਿਮਤਾਂ ਬਖਸ਼ਾਂ ਕਰਦੇ ਰਹਿਣ, ਸੇਵਾ ਕਰਨ ਦਾ ਬਲ ਬਖਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜੀ ਸਾਰੇ ਇੱਕ ਮਿੰਟ ਬਾਬਾ ਜੀ ਇੱਕ ਮਿੰਟ, ਤੁਸੀਂ ਸਾਰੇ ਪ੍ਰਬੰਧਕਾਂ ਦੇ ਵਿਚਾਰ ਸੁਣੇ। ਸਪਰੋੜ ਨੰਗਲ ਤੋਂ ਸੇਵਾਦਾਰ ਨੇ, ਮੁੱਖ ਸੇਵਾਦਾਰ। ਅੱਗੇ ਆਓ ਜੀ, ਆਓ ਜੀ, ਆਓ ਜੀ, ਆਓ ਜੀ। ਕੀ ਕਹਿਣਾ ਚਾਹੋਗੇ ਜੀ ਇਸ ਨੰਗਲ ਮਾਝੇ ਤੋਂ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਸੰਸਥਾ ਹੈ ਜਿਸ ਨੇ ਬੜੇ ਲੰਬੇ ਸਮੇਂ ਤੋਂ ਬਿਲਕੁਲ ਗਰਾਊਂਡ ਲੈਵਲ ਤੋਂ ਇਲਾਕੇ ਦੀ ਨਹੀਂ, ਉਸ ਲੋੜਵੰਦਾਂ ਦੀ ਸੇਵਾ ਕੀਤੀ ਹੈ। ਕਿਉਂਕਿ ਜਿਸ ਸਮੇਂ ਕੋਈ ਸਾਧਨ ਨਹੀਂ ਸੀ, ਉਹ ਖੁਦ ਵੀ ਆਪ ਸਰੀਰਕ ਤੌਰ 'ਤੇ ਸੰਪੰਨ ਨਹੀਂ ਸੀ। ਜਿਹੜੇ ਇਹਦੇ ਪ੍ਰਬੰਧਕ ਸੀ ਨੇਤਰਹੀਣ ਸੀਗੇ, ਉਹਨਾਂ ਨੇ ਆਪ ਬਹੁਤ ਵੱਡਾ ਉਪਰਾਲਾ ਕਰਕੇ ਆਪਣੇ ਇਕੱਲੇ ਨੇਤਰਹੀਣਾਂ ਨੂੰ ਨਹੀਂ, ਹੋਰ ਵੀ ਜਿਹੜੇ ਹੈਂਡੀਕੈਪਡ ਸੀਗੇ, ਉਹਨਾਂ ਸਾਰਿਆਂ ਦੀ ਸੇਵਾ ਲਈ ਇਹ ਸੰਸਥਾ ਦੇ ਲਈ ਇੰਨਾ ਵੱਡਾ ਉਪਰਾਲਾ ਕੀਤਾ। ਜਿਸ ਵੇਲੇ ਉਪਰਾਲਾ ਕੀਤਾ ਉਦੋਂ ਕੋਈ ਸੋਚ ਨਹੀਂ ਸੀ ਸਕਦਾ ਕਿ ਏਡੀ ਵੱਡੀ ਸੰਸਥਾ ਇਹ ਬਣੇਗੀ। ਸੋ ਉਹਨਾਂ ਦੀ ਜਿੱਥੇ ਸਰੀਰਕ ਮਿਹਨਤ ਸੀ, ਜਿੱਥੇ ਉਹਨੇ ਆਰਥਿਕ ਤੌਰ 'ਤੇ ਬਾਹਰੋਂ ਉਦਮ ਕੀਤਾ, ਬਹੁਤ ਮਿਹਨਤ ਕੀਤੀ, ਉੱਥੇ ਹੀ ਸਤਿਗੁਰੂ ਦੇ ਚਰਨਾਂ ਵਿੱਚ ਉਹਨਾਂ ਦੀ ਕਿੰਨੀਆਂ ਅਰਦਾਸਾਂ ਹੋਣਗੀਆਂ, ਜਿਹੜਾ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ, ਵੱਡੀ ਸੇਵਾ ਕਰਵਾਈ ਹੈ। ਇਹਦਾ ਬਹੁਤ ਵੱਡਾ ਲਾਭ ਹੈ। ਔਰ ਉਹਨਾਂ ਨੂੰ ਲਾਭ ਮਿਲਿਆ ਜਿਹੜੇ ਨੀਡੀ ਪਰਸਨ ਸਨ, ਜ਼ਰੂਰਤਮੰਦ ਸਨ। ਕਿਉਂਕਿ ਇਹ ਜਿਹੜਾ ਸੇਵਾ ਕੀਤੀ ਜਿੱਥੇ ਜ਼ਰੂਰਤ ਹੀ ਨਾ ਹੋਵੇ। ਬਹੁਤੀ ਸੇਵਾ ਇਸ ਤਰ੍ਹਾਂ ਦੀ ਵੀ ਚੱਲਦੀ ਜਿੱਥੇ ਜ਼ਰੂਰਤ ਹੀ ਨਹੀਂ। ਇੱਥੇ ਉਹ ਬਿਲਕੁਲ ਜ਼ਰੂਰਤਮੰਦ ਉਹ ਪਰਸਨਸ ਨੂੰ ਜਿਹੜਾ ਉਹਨਾਂ ਨੂੰ ਡਿਵੈਲਪ ਕੀਤਾ ਜਾਂਦਾ। ਉਹਨਾਂ ਨੂੰ ਜਿੱਥੇ ਸਰੀਰਕ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ, ਉੱਥੇ ਉਹਨਾਂ ਨੂੰ ਆਪਣੇ ਆਪ 'ਤੇ ਏਬਲ ਹੋਣ ਦੇ ਯੋਗ ਬਣਾਇਆ ਜਾਂਦਾ। ਔਰ ਬਹੁਤ ਮਿਹਨਤ ਔਰ ਬਹੁਤ ਲੰਬੀ ਸੋਚ ਦੇ ਨਾਲ ਸਾਰੇ ਪ੍ਰਬੰਧਕ ਚੱਲੇ। ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ। ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ, ਇਹ ਨੇਤਰਹੀਨ ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਕਰ ਰਿਹਾ, ਵਧਾਈ ਦਾ ਪਾਤਰ ਹੈ। ਤੁਸੀਂ ਸਾਰੇ ਪ੍ਰਬੰਧਕਾਂ ਦੇ ਵਿਚਾਰ ਸੁਣੇ। ਮੈਂ ਪ੍ਰਵੀਨ ਸ਼ਰਮਾ, ਗਰਾਊਂਡ ਰਿਪੋਰਟ 27।
ਨਾਮ ਅਵਤਾਰ ਸਿੰਘ, ਪਿੰਡ ਉਦੋਵਾਲ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ। ਮੈਂ 9ਵੀਂ ਕਲਾਸ 'ਚ ਪੜ੍ਹਦਾ ਸੀ। ਅੱਖਾਂ ਦੁਖਣੀਆਂ ਆਈਆਂ। ਕਿਸੇ ਅਣਜਾਣ ਡਾਕਟਰ ਨੇ ਮੇਰੀਆਂ ਅੱਖਾਂ ਵਿੱਚ ਗਲਤ ਦਵਾਈ ਪਾਤੀ, ਜਿਹਦੇ ਕਾਰਨ ਮੈਂ ਬਲਾਈਂਡ ਹੋ ਗਿਆ, ਟੋਟਲੀ ਨੇਤਰਹੀਣ ਹੋ ਗਿਆ। ਫਿਰ ਕੀ ਹੋਇਆ, ਮੈਂ ਕੋਸ਼ਿਸ਼ ਕੀਤੀ, ਮੈਂ ਆਪਰੇਸ਼ਨ ਕਰਵਾਇਆ ਤੇ ਮੈਨੂੰ ਥੋੜ੍ਹਾ ਜਿਹਾ ਦਿਸਣ ਲੱਗ ਗਿਆ। ਫਿਰ ਉਸ ਤੋਂ ਬਾਅਦ ਮੈਂ ਸੋਚਿਆ ਵੀ ਜ਼ਿੰਦਗੀ ਕਿਸ ਤਰ੍ਹਾਂ ਚੱਲੇ। ਮੈਂ ਸੋਚਿਆ ਵੀ ਨੇਤਰਹੀਣ ਹੋ ਗਿਆ, ਨਿਗਾਹ ਵੀ ਘਟ ਗਈ ਆ, ਤੇ ਮੈਂ ਕਿਉਂ ਨਾ ਹੋਵੇ ਤਬਲਾ ਸਿੱਖ ਲਵਾਂ। ਮੈਂ ਤਬਲਾ ਸਿੱਖਿਆ। ਮੇਰਾ ਬਾਪ ਤਬਲਾ ਵਜਾਉਂਦਾ ਸੀ, ਪਰ ਉਹਨੇ ਮੇਰੀ ਵੱਲ ਇੰਨਾ ਧਿਆਨ ਨਹੀਂ ਦਿੱਤਾ ਜਿੰਨਾ ਚਾਹੀਦਾ ਸੀ। ਤੇ ਮੈਂ ਤਬਲਾ ਸਿੱਖ ਕੇ ਫਿਰ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋਬ ਦੀ ਭਾਲ ਵਿੱਚ ਨਿਕਲਿਆ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਜਿਨ੍ਹਾਂ ਲੋਕਾਂ ਦੇ ਨਾਲ ਰਾਤ ਪਰ ਦਿਨ ਮੈਂ ਰਿਹਾ ਸੀ, ਤੇ ਉਹਨਾਂ ਲੋਕਾਂ ਨੇ ਵੀ ਮੇਰੀ ਬਾਂਹ ਨਹੀਂ ਖਿੱਚੀ। ਸਬੱਬ ਬਣ ਗਿਆ, ਮੈਂ ਇੰਗਲੈਂਡ ਪਹੁੰਚ ਗਿਆ। ਉੱਥੇ ਦਾ ਲਾ ਕਾਨੂੰਨ ਦੇਖਿਆ ਤੇ ਮਨ ਬੜਾ ਪ੍ਰਸੰਨ ਹੋਇਆ। ਫਿਰ ਮਨ ਨੇ ਸੋਚਿਆ, ਅਵਤਾਰ ਸਿਆਂ ਉੱਥੇ ਕਦ ਲਈ ਜਾਣਾ ਹੈ, ਕਿਉਂ ਨਾ ਹੋਵੇ ਇੱਥੇ ਹੀ ਕੋਸ਼ਿਸ਼ ਕਰਦਾ। ਫਿਰ ਮੈਂ ਉੱਥੇ ਕੋਸ਼ਿਸ਼ ਕਰਕੇ ਕਿਸੇ ਗੁਰੂ ਘਰ ਦੇ ਵਿੱਚ ਆਪਣੇ ਜਥੇ ਸਮੇਤ ਜੋਬ ਅਖਤਿਆਰ ਕਰ ਲਈ। 5 ਸਾਲ ਉੱਥੇ ਦਾ ਕਾਨੂੰਨ ਆ, ਜਿਹੜਾ ਬੰਦਾ 5 ਸਾਲ ਨੇਕ ਨੀਤੀ ਨਾਲ ਕਿਸੇ ਗੁਰੂ ਘਰ 'ਚ ਜੋਬ ਕਰ ਲਵੇ, ਉਹਨੂੰ ਇੰਡੈਫੀਨਿਟ ਪੀਰੀਅਡ ਦੀ ਸਟੈਂਪ ਮਿਲ ਜਾਂਦੀ ਹੈ। ਬਸ ਫਿਰ ਕੀ ਸੀ, ਸਟੈਂਪ ਮਿਲ ਗਈ, ਕਿਸੇ ਗੱਲ ਦੀ ਕਮੀ ਨਹੀਂ ਰਹੀ। ਆਪਣਾ ਮਕਾਨ ਲੈ ਲਿਆ। ਲੈਣ ਤੋਂ ਬਾਅਦ ਮੇਰੇ ਮਨ 'ਚ ਵਿਚਾਰ ਆਈ ਕਿ ਅਵਤਾਰ ਸਿਆਂ, ਗੁਰੂ ਨੇ ਤਾਂ ਤੇਰੇ ਲਈ ਬਹੁਤ ਕੁਝ ਕੀਤਾ ਹੈ, ਪਰ ਤੂੰ ਅਜੇ ਤੱਕ ਗੁਰੂ ਲਈ ਕੁਝ ਨਹੀਂ ਕੀਤਾ। ਫਿਰ ਮੈਂ ਸੋਚਿਆ ਕੀ ਕਰੀਏ। ਕਿ ਮਨ ਨੇ ਵਿਚਾਰ ਕੀਤੀ ਕਿ ਕਿਉਂ ਨਾ ਹੋਵੇ ਕਿ ਇੱਕ ਐਸਾ ਘਰ ਬਣਾਇਆ ਜਾਵੇ ਜਿੱਥੇ ਹਰ ਨੇਤਰ ਨੂੰ, ਹਰ ਆਵਾਜ਼ ਨੂੰ, ਹਰ ਯਤੀਮ ਨੂੰ ਸੁੱਖ ਹੋਵੇ। ਇਹ ਕਿਹੜੇ ਸਾਲ ਦੀ ਗੱਲ ਹੈ ਜੀ, ਜਦੋਂ ਤੁਸੀਂ ਇੱਥੇ ਇੰਗਲੈਂਡ ਤੋਂ ਆਏ ਵਾਪਸ? 5 ਸਾਲ ਬਾਅਦ, ਉਸ ਵੇਲੇ 80 ਦੇ ਵਿੱਚ ਮੈਂ ਆਇਆ। ਠੀਕ ਹੈ ਜੀ। ਬਸ ਫਿਰ ਕੀ ਸੀ, ਉੱਥੇ ਆਣ ਕੇ ਫਿਰ ਵਾਪਸ ਜਦੋਂ ਗਿਆ ਤਾਂ ਮੇਰੇ 3 ਸਾਥੀ ਹੋਰ ਵੀ ਉੱਥੇ ਰਹਿੰਦੇ ਸੀ। ਮੈਂ ਉਹਨਾਂ ਨੂੰ ਆਖਿਆ ਕਿ ਤੁਹਾਡੇ 3 ਸਾਥੀ ਹੋਰ ਸੀ, 4 ਸਾਥੀਆਂ ਨੇ ਇੱਥੇ ਆ ਕੇ ਇਹ ਸੇਵਾ ਭਾਵਨਾ ਸ਼ੁਰੂ ਕੀਤੀ। ਸੇਵਾ ਨਾਲ ਅਸੀਂ ਆਪਣਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਵੀ ਕੁਝ ਕਰ ਜਾਈਏ। ਉਹ ਕਹਿੰਦੇ ਕੀ ਕਰੀਏ, ਕਿ ਇੱਕ ਐਸਾ ਘਰ ਬਣਾਈਏ ਜਿੱਥੇ ਹਰ ਨੇਤਰ ਨੂੰ, ਹੋਣ ਨੂੰ, ਹਰ ਅਪਾਹਜ ਨੂੰ, ਹਰ ਯਤੀਮ ਨੂੰ ਸਾਰੇ ਸੁੱਖ ਹੋਣ। ਤਾਂ ਉਹਨਾਂ ਨੇ ਕਿਹਾ ਕਿੱਥੇ ਬਣਾਈਏ? ਮੈਂ ਕਿਹਾ ਇੰਡੀਆ ਵਿੱਚ। ਉਹਨਾਂ ਨੇ ਕਿਹਾ ਇੰਡੀਆ ਵਿੱਚ ਤਾਂ ਇੰਡੀਆ ਦੂਰ ਹੈ, ਉੱਥੇ ਆਪਾਂ ਮੈਨੇਜਮੈਂਟ ਨਹੀਂ ਕਰ ਸਕਦੇ। ਮੈਂ ਕਿਹਾ ਤੁਸੀਂ ਫਿਕਰ ਨਾ ਕਰੋ, ਤੁਸੀਂ ਹੁਕਮ ਕਰੋ, ਮੈਨੇਜਮੈਂਟ ਮੈਂ ਆਪੇ ਕਰਾਂਗਾ। ਬਸ ਫਿਰ ਕੀ ਸੀ, ਉਹਨਾਂ ਨੇ ਇਜਾਜ਼ਤ ਦੇ ਦਿੱਤੀ। ਮੈਂ ਆਪਣੇ ਘਰ ਗੁਰੂ ਮਹਾਰਾਜ ਦਾ ਸਰੂਪ ਰੱਖ ਕੇ ਲੋਕਾਂ ਦੀ ਕਾਰਜ ਕਰਨੇ ਸ਼ੁਰੂ ਕਰ ਦਿੱਤੇ। ਅਖੰਡ ਪਾਠ ਕਰਨੇ, ਆਨੰਦ ਕਾਰਜ ਕਰਨੇ, ਸਹਿਜ ਪਾਠ ਕਰਨੇ। ਜਿੰਨੀ ਮਾਇਆ ਆਉਣੀ ਰਾਗੀਆਂ ਨੂੰ ਦੇ ਦੇਣੀ, ਗ੍ਰੰਥੀਆਂ ਨੂੰ ਗ੍ਰੰਥੀਆਂ ਨੂੰ ਦੇ ਦੇਣੀ, ਪਰ ਜਿਹੜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਾਇਆ ਆਉਂਦੀ ਸੀ ਉਹ ਮੈਂ ਇਕੱਠੀ ਕਰਦਾ ਰਿਹਾ। ਤੇ ਮੇਰੇ ਪਾਸ 10,000 ਪਾਉਂਡ ਹੋ ਗਏ। ਫਿਰ ਮੈਂ ਨਾਲ ਦਿਆਂ ਨੂੰ ਕਿਹਾ ਵੀ ਆਪਣੇ ਕੋਲ ਇੰਨੀ ਮਾਇਆ ਹੋ ਗਈ। ਉਹ ਕਹਿੰਦੇ ਤਾਂ ਤੂੰ ਹੁਣ ਜਾ, ਤੂੰ ਉੱਥੇ ਜਗ੍ਹਾ ਦਾ ਪਤਾ ਕਰ। ਮੈਂ ਇੱਥੇ ਪਹੁੰਚਿਆ, ਮੈਂ ਜਗ੍ਹਾ ਦਾ ਪਤਾ ਕੀਤਾ। ਮੇਰੇ ਮਨ 'ਚ ਤਮੰਨਾ ਸੀ ਮੈਂ ਵੀ ਜੇ ਬਣਾਉਣੀ ਆ ਤਾਂ GT ਰੋਡ 'ਤੇ ਬਣਾਉਣੀ ਆ। ਆਮ ਪਿੰਡਾਂ ਵਿੱਚ ਜਾਂ ਨੇੜੇ ਤੇੜੇ ਲਿੰਕ ਰੋਡਾਂ 'ਤੇ ਨਹੀਂ ਬਣਾਉਣੀ, ਤਾਂ ਕਿ ਕਿਸੇ ਨੂੰ ਦੱਸਣਾ ਨਾ ਪਵੇ, ਦੁਨੀਆ ਨੂੰ ਆਪੇ ਪਤਾ ਲੱਗੇ ਕਿ ਇਹ ਆਸ਼ਰਮ ਕਾਹਦੇ ਲਈ ਬਣਿਆ ਹੈ। ਇਹ ਕਿਹੜੇ ਸਾਲ ਸ਼ੁਰੂ ਕੀਤਾ ਜੀ? ਹੁਣ 33 ਸਾਲ। 33 ਸਾਲ ਹੋ ਗਏ। 33 ਸਾਲ। ਠੀਕ, 89 ਸ਼ੁਰੂ ਹੋਏ। ਹਾਂਜੀ ਠੀਕ ਹੈ ਜੀ। ਬਸ ਕਿੰਨੀ ਜਗ੍ਹਾ ਲਈ ਫਿਰ ਤੁਸੀਂ ਅਸੀਂ ਤਾਨ ਛਤਰੀ ਬਰਾਦਰੀ ਕੋਲੋਂ ਇਹ 10 ਕਨਾਲ ਜਗ੍ਹਾ ਲਈ। ਫਿਰ ਉਸ ਤੋਂ ਬਾਅਦ 2 ਕਨਾਲ ਫੇਰ ਲਈ। 10 ਕਨਾਲ ਤਾਂ ਸਾਨੂੰ ਮਿਲੀ ਸੀ ਉਸ ਵੇਲੇ
ਤਕਰੀਬਨ 4.5 ਲੱਖ ਤੇ ਜਿਹੜੀ 2 ਕਨਾਲ ਫੇਲ ਹੀ ਉਹ ਮਿਲੀ 17 ਲੱਖ। ਉਹ ਲੈ ਕੇ ਅਸੀਂ ਇਹ ਬਿਲਡਿੰਗ ਸ਼ੁਰੂ ਕਰਤੀ। 4 ਕਮਰੇ ਪਹਿਲਾਂ ਅਸੀਂ 3 ਭਰਾਵਾਂ ਨੇ ਬਣਾਏ ਆਪਣੀ ਵੱਲੋਂ, ਤੇ ਬਾਕੀ ਅੱਜ ਜੋ ਬਣਿਆ ਤੁਸੀਂ ਦੇਖ ਰਹੇ ਆ, ਇਹ ਸਭ ਕੁਝ ਮੇਰੀ ਕੌਮ ਨੇ ਬਣਾਇਆ। ਕਿੰਨੇ ਹੁਣ ਹੈਗੇ ਜੀ ਇਸ ਵੇਲੇ ਆਪਣੀ ਜਿਹੜੀ ਜਿਹੜੇ ਤੁਹਾਡੇ ਕੋਲ ਬਲਾਈਂਡ ਹੈਗੇ ਨੇ, ਕਿੰਨੇ ਹੈਗੇ ਨੇ? ਉਹ ਸਾਰੇ ਮੁੰਡੇ ਲੜਕੇ ਲੜਕੀਆਂ ਪਾ ਕੇ ਤਕਰੀਬਨ 60 65 70 ਦੇ ਕਰੀਬ ਆ। ਕਈ ਬੱਚੇ ਚਲੇ ਜਾਂਦੇ ਨੇ, ਕਈ ਆ ਜਾਂਦੇ ਨੇ, ਕਈ ਚਲੇ ਜਾਂਦੇ ਨੇ, ਆ ਜਾਂਦੇ। ਉਹਨਾਂ ਤੁਸੀਂ ਐਜੂਕੇਸ਼ਨ ਦਾ ਵੀ ਕਰਦੇ ਹੋ? ਹਾਂ, ਤੇ ਸਾਡੇ ਪਾਸ ਇਸ ਵੇਲੇ ਲੜਕੀ ਮੌਜੂਦ ਆ ਆਸ਼ਰਮ ਦੇ ਵਿੱਚ ਜਿਹੜੀ MA ਲਾਸਟ ਵਿੱਚ ਪੜ੍ਹਦੀ। MA ਫਾਈਨਲ? ਹਾਂ, ਫਾਈਨਲ, ਠੀਕ ਹੈ। ਉਹ ਨੇਤਰੀਨ ਹੈ, ਲੜਕੀ ਹੈ। ਇਸੇ ਤਰ੍ਹਾਂ ਲੜਕੇ ਵੀ ਇੱਥੇ ਪੜ੍ਹਦੇ ਨੇ, ਕੋਈ 14ਵੀਂ ਹੁਣ ਤੁਸੀਂ ਅੱਗੇ ਹੁਣ ਤੁਸੀਂ ਇੱਕ ਹੋਰ ਪਲੈਨਿੰਗ ਕੀਤੀ ਸੀ, ਕੋਈ ਬੋਲਿਆਂ ਵਾਸਤੇ ਕੋਈ ਕੀਤਾ ਸੀ? ਹਾਂ, ਹੁਣ ਸਾਡੀ ਵਿਚਾਰ ਆ ਵੀ ਗੁੰਗੇ ਜਿਹੜੀ ਨੇਤਰੀਆਂ ਨੂੰ ਪ੍ਰੋਬਲਮ ਆ, ਉਹ ਹੀ ਗੁੰਗੇ ਅਤੇ ਬੋਲਿਆਂ ਨੂੰ ਪ੍ਰੋਬਲਮ, ਤਾਂ ਕਿ ਉਹਨਾਂ ਬੱਚਿਆਂ ਲਈ ਵੀ ਕੁਝ ਕੀਤਾ ਜਾ ਸਕੇ। ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਹੈਲਪ ਮਿਲੀ ਕੋਈ ਇਹ ਕਰਨ ਵਾਸਤੇ? ਅੱਜ ਤੱਕ 5 ਰੁਪਏ ਨਹੀਂ ਕਿਸੇ ਨੇ ਦਿੱਤੇ। ਤੁਸੀਂ ਕੋਈ ਮੰਗ ਕਰਦੇ ਹੋ ਸਰਕਾਰ ਕੋਲੋਂ ਵੀ ਸਰਕਾਰ ਇਹਦੇ ਧਿਆਨ ਦੇਵੇ, ਤੁਹਾਡੀ ਕੋਈ ਹੈਲਪ ਕਰੇ? ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਤੁਸੀਂ ਕਰ ਰਹੇ ਹੋ? ਨਹੀਂ, ਅਸੀਂ ਉਹਨਾਂ ਨੂੰ ਕਹਿੰਦੇ ਆ। ਅੱਛਾ ਜੀ। ਹੈ ਉਹ ਬਸ ਜਦੋਂ ਕਿਤੇ ਸਮਾਂ ਮਿਲੇ ਤਾਂ ਗੱਲ ਸੁਣਦੇ ਆ, ਨਹੀਂ ਤਾਂ ਗੱਲ ਹੀ ਨਹੀਂ ਸੁਣਦੇ। ਮੈਂ ਇੱਕ ਨੇਤਰੀਨ ਆ, ਤੁਸੀਂ ਆਪ ਸੋਚ ਕੇ ਦੱਸੋ ਜੇ ਵੀ ਇੱਥੇ ਸਰਕਾਰ ਕਿਸੇ ਦੀ ਗੱਲ ਸੁਣਦੀ ਹੈ? ਉੱਥੇ ਕੱਲ੍ਹ ਦੀ ਜਿਹੜੀ ਗੱਲ ਵਾ, ਆ ਜਿਹੜਾ ਮੁੱਖ ਮੰਤਰੀ ਹੈ ਇੱਥੇ ਪੰਜਾਬ ਦਾ, ਉਹਦਾ ਨਾਂ ਇਹ ਹੈਗਾ, ਉਹਨੇ ਨੇਤਰਹੀਣ ਬੱਚਿਆਂ ਨੂੰ ਗੋਦ ਲਿਆ, ਪਰ ਕਿੰਨੀ ਵਾਹਿਯਾਤ ਗੱਲ ਆ, ਉਹਨੇ ਆਪਣੇ ਬੂਹੇ ਦੇ ਮੂਹਰੇ ਬਹਿਣ ਨਹੀਂ ਦਿੱਤਾ। ਇਸ ਕਰਕੇ ਅਸੀਂ ਦੁਖੀ ਤਾਂ ਅਸੀਂ ਬਹੁਤ ਹਾਂ ਜੀ ਜੀ ਜੀ। ਪਰ ਆਖਰਕਾਰ ਬੰਦੇ ਨੂੰ ਕਿਤੇ ਤਾਂ ਖੜਨਾ ਚਾਹੀਦਾ। ਹੁਣ ਤੁਸੀਂ ਇਹ ਦੱਸੋ ਜੀ ਵੀ ਤੁਹਾਡੀ ਹੁਣ ਸਰਕਾਰ ਦੇ ਕੋਲੋਂ ਕੀ ਮੰਗ ਹੈ ਜੀ? ਸਾਡੀ ਸਰਕਾਰ ਕੋਲ ਕੋਈ ਮੰਗ ਨਹੀਂ। ਸਰਕਾਰ ਜਿੱਦਾਂ ਬਾਕੀ ਦੇ ਅਦਾਰਿਆਂ ਨੂੰ ਪੈਸਾ ਲਾਉਂਦੀ ਆ, ਇਹਨੂੰ ਵੀ ਲਾਵੇ। ਇਹਨੂੰ ਵੀ ਲਾਓ। ਤੇ ਹੁਣ ਤੁਸੀਂ ਇੱਕ ਅੱਗੇ ਪਲੈਨਿੰਗ ਹੋਰ ਹੈਗੀ ਇਸ ਤੋਂ ਇਲਾਵਾ? ਅੱਗੇ ਹੁਣ ਤੁਸੀਂ ਕੀ ਫਿਊਚਰ ਕਰਨਾ ਚਾਹੁੰਦੇ ਹੋ ਜੀ? ਪਹਿਲਾਂ ਤਾਂ ਗੁੰਗੇ ਬੂੜਿਆਂ ਦਾ ਕਰਨਾ ਚਾਹੁੰਦੇ ਸਭ ਤੋਂ ਪਹਿਲਾਂ। ਠੀਕ ਹੈ ਜੀ, ਠੀਕ। ਉਸ ਤੋਂ ਬਾਅਦ ਹੋਰ ਵੀ ਕੋਈ ਕੌਮ ਸਾਨੂੰ ਕੋਈ ਕੌਮ ਨੂੰ ਦੇ ਵਿੱਚ ਮੁਸ਼ਕਲ ਪੇਸ਼ ਆਉਂਦੀ ਸਾਨੂੰ ਨਜ਼ਰ ਆਈ, ਅਸੀਂ ਉਹਨਾਂ ਲਈ ਵੀ ਕਰਾਂਗੇ। ਪ੍ਰਤਾਪ ਸਿੰਘ ਜੀ, ਮਨ ਤੇ ਤੁਹਾਡਾ ਬੜਾ ਖੁਸ਼ ਹੋਣਾ ਜੀ ਸੇਵਾ ਕਰਕੇ, ਬੜਾ ਸਕੂਨ ਮਿਲਦਾ ਹੋਣਾ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਮੈਂ ਕਿੰਨਾ ਹੈਪੀ ਆਪਣੀ ਲਾਈਫ। ਕੋਈ ਮੈਸੇਜ ਦੇਣਾ ਚਾਹੋਗੇ? ਕੋਈ ਮੈਂ ਤਾਂ ਆਪਣੀ ਕੌਮ ਨੂੰ ਸਿਰਫ ਇੰਨਾ ਕੁਝ ਹੀ ਕਹਿਣਾ ਚਾਹੁੰਦਾ ਕਿ ਜਿੱਥੇ ਹੋਰ ਜ਼ਿੰਦਗੀ ਦੇ ਕਾਰਜ ਕਰਦੇ ਹੋ, ਇਸ ਕਾਰਜ ਵੱਲ ਵੀ ਧਿਆਨ ਦਿਓ, ਅਤੇ ਹੋਰ ਵੀ ਜਿਹੜੇ ਕਾਰਜ ਕੌਮ ਦੇ ਹੋਣ ਵਾਲੇ ਨੇ ਉਧਰ ਧਿਆਨ ਦਿਓ। ਇਹ ਸਨ ਅਵਤਾਰ ਸਿੰਘ ਮਾਨ ਜੀ, ਜਿਹੜੇ ਸੰਚਾਲਕ ਨੇ ਗੁਰੂ ਨਾਨਕ ਮਿਸ਼ਨ ਨੇਤਰਹੀਨ ਬਿਰਧ ਆਸ਼ਰਮ ਸਪਰੋਲ ਨੰਗਲ ਫਗਵਾੜਾ ਵਿਖੇ, ਜਿਨ੍ਹਾਂ ਨੇ ਆਪਣੀ ਸਾਰੀ ਵਿਸਤਾਰਪੂਰਵਕ ਆਪਣੀ ਸਾਰੀ ਜਿਹੜੀ ਹੈ ਸਟੋਰੀ ਸੁਣਾਈ ਹੈ, ਕਿਸ ਤਰ੍ਹਾਂ ਬਿਰਧ ਆਸ਼ਰਮ ਵਾਸਤਵ 'ਚ ਆਇਆ। ਥੈਂਕ ਯੂ ਸੋ ਮਚ ਜੀ।